ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰਿ ਗੋਬਿੰਦ ਸਵਾਰੀ ਚੱਲੇ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ ਨਿਹਾਰੀ ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ ਕਲ ਜੁਗ ਪੀੜੀ ਸੋਢੀਆਂ ਅਬ ਚਲ ਨੀਵ ਉਸਾਰ ਖਿਲਾਰੀ ਜੁਗ ਜੁਗ ਸਤਿਗੁਰ ਧਰੇ ਅਵਤਾਰੀ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਵਾਹਿਗੁਰੂ ਜੀ ਜਹ ਛਲ ਛੇਦ ਭੇਦ ਸਮਾਇਆ ਊਹਾ ਕਿਸੈ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ ਤਿਹ ਗੁਣ ਕਾ ਨਾਹੀ ਪਰਵੇਸ ਜਹ ਏਕੈ ਏਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ ਜਹ ਆਪਨ ਆਪ ਆਪ ਪਤਿਆਰਾ ਤਹ ਕੌਣ ਕਥੈ ਕੌਣ ਸੁਨਨੈ ਹਾਰਾ ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪੇ ਪਹੁੰਚਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ, ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦੁਆਰਾ ਆਪਾਂ ਸਾਰੇ ਹੀ ਗੁਰਸਿੱਖ ਮਾਈ ਭਾਈ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਗੁਰਬਾਣੀ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸ਼ਾਮ ਦੇ ਸੁੰਦਰ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਸੋ ਆਪ ਜੀ ਨੇ ਹੁਣੇ ਗੁਰੂ ਕੀ ਪਾਵਨ ਗੁਰਬਾਣੀ ਦੇ ਹਰ ਜਸ ਕੀਰਤਨ ਸਰਵਣ ਕੀਤੇ ਹਨ ਔਰ ਹੁਣ ਜੋ
ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਵਿਆਖਿਆ ਚੱਲ ਰਹੀ ਹੈ। ਉਸ ਦੇ ਵਿੱਚੋਂ ਸ਼ਬਦ ਨੂੰ ਸਰਵਣ ਕੀਤਾ ਹੈ ਔਰ ਉਹਦੇ ਨਾਲ ਨਾਲ ਹੀ ਅੱਜ ਮੀਰੀ ਪੀਰੀ ਦੇ ਮਾਲਕ, ਮਹਾਨ ਪਰਉਪਕਾਰੀ, ਦਲ ਭੰਜਨ, ਗੁਰ ਸੂਰਮਾ, ਵੱਡ ਯੋਧਾ, ਬਹੁ ਪਰਉਪਕਾਰੀ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਗੁਰਤਾ ਗੱਦੀ ਦਿਵਸ ਵੀ ਹੈ। ਸੋ ਅੱਜ ਦੇ ਦਿਨ 1763 ਵਿਕਰਮੀ 1663 ਵਿਕਰਮੀ ਔਰ 1606 ਈਸਵੀ ਨੂੰ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰਤਾ ਗੱਦੀ ਦੇ ਤਖਤ ਤੇ ਸੁਭਾਏਮਾਨ ਹੁੰਦੇ ਹਨ। ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਵਿੱਚ ਸਾਨੂੰ ਇਹ ਉਪਦੇਸ਼ ਸਰਵਣ ਕਰਨ ਨੂੰ ਮਿਲਦੇ ਹਨ। ਸਤਿਗੁਰਾਂ ਦੀ ਪਾਵਨ ਬਾਣੀ ਦਾ ਬਚਨ ਆਉਂਦਾ ਹੈ, ਜੋਤ ਓਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀਐ। ਬਚਨ ਕਰਦੇ ਹਨ ਕਿ ਜੋ ਜੋਤ ਰੂਪ ਪਰਮੇਸ਼ਰ ਵਾਹਿਗੁਰੂ ਹੈ, ਉਸੇ ਨੇ ਹੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਰਗੁਣ ਰੂਪ ਕਹਾਉਣਾ ਕੀਤਾ ਹੈ। ਜਿਵੇਂ ਭੱਟ ਸਾਹਿਬਾਨ ਬਾਣੀ ਦੇ ਅੰਦਰ ਬਚਨ ਕਰਦੇ ਹਨ, ਜੋਤ ਰੂਪ ਹਰਿ ਆਪ ਗੁਰ ਨਾਨਕ ਕਹਾਇਓ। ਜੋਤੀ ਸਰੂਪ ਪਰਮੇਸ਼ਰ ਵਾਹਿਗੁਰੂ ਨੇ ਹੀ ਸੰਸਾਰ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਧਾਰਨ ਕੀਤਾ ਹੈ ਔਰ ਉਹੀ ਜੋਤ ਅੱਗੇ ਫਿਰ ਤਾਂ ਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦੀਓ। ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿੱਖੋ ਨੈ। ਜਿਸ ਪ੍ਰਕਾਰ ਆਪਾਂ ਮਾਲਾ ਨੂੰ ਦੇਖਦੇ ਹਾਂ, ਉਹਦੇ ਮਣਕਿਆਂ ਦੇ ਵਿੱਚ ਧਾਗਾ ਇੱਕੋ ਹੁੰਦਾ ਹੈ। ਇਸੇ ਪ੍ਰਕਾਰ ਜਿਵੇਂ ਆਪਾਂ ਕਿਸੇ ਰਾਜੇ ਨੂੰ ਦੇਖਦੇ ਹਾਂ, ਉਹਦੀਆਂ ਪੁਸ਼ਾਕਾਂ ਵੱਖੋ ਵੱਖਰੀਆਂ ਹੁੰਦੀਆਂ ਪਰ ਰਾਜਾ ਇੱਕੋ ਹੀ ਹੁੰਦਾ ਹੈ। ਜਦੋਂ ਉਹ ਮਹਿਲਾਂ ਦੇ ਵਿੱਚ ਜਾਂਦਾ ਹੈ, ਆਪਣੇ ਆਰਾਮ ਘਰ ਦੇ ਵਿੱਚ ਜਾਂਦਾ ਹੈ, ਉੱਥੇ ਉਹਦੀ ਪੁਸ਼ਾਕ ਹੋਰ ਹੁੰਦੀ ਹੈ। ਜਦੋਂ ਉਹ ਆਪਣੀ ਸਭਾ ਦੇ ਵਿੱਚ ਆਉਂਦਾ, ਉਹਦੀ ਪੁਸ਼ਾਕ ਹੋਰ ਹੁੰਦੀ ਹੈ। ਜਦੋਂ ਉਹ ਜੰਗ ਯੁੱਧ ਤੇ ਚੜ੍ਹਦਾ, ਉਹਦੀ ਪੁਸ਼ਾਕ ਹੋਰ ਹੁੰਦੀ ਹੈ। ਰਾਜਾ ਇੱਕੋ ਹੀ ਹੈ। ਇਸੇ ਪ੍ਰਕਾਰ ਜੋਤ ਉਹੀ ਵਰਤ ਰਹੀ ਹੈ, ਅਕਾਲ ਪੁਰਖ ਵਾਹਿਗੁਰੂ ਦੀ, ਔਰ ਜਿਹੜੇ ਕਾਇਆ ਸਰੀਰ ਹਨ ਇਹ ਵੱਖੋ ਵੱਖਰੇ ਰੂਪ ਧਾਰਨ ਕਰ ਰਹੇ ਹਨ। ਔਰ ਇਸੇ ਪ੍ਰਕਾਰ ਹੀ ਸਾਨੂੰ ਇਸੇ ਹੀ ਬਾਬਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੀ ਬਚਨ ਮਿਲਦੇ ਹਨ, ਜਿੱਥੋਂ ਸਾਨੂੰ ਇਹ ਸਮਝ ਪੈਂਦੀ ਹੈ ਕਿ 10 ਗੁਰੂ ਸਾਹਿਬਾਨ ਇੱਕੋ ਜੋਤ ਰੂਪ ਕਿਵੇਂ ਹੋਏ। ਕਿਉਂਕਿ ਸਤਿਗੁਰਾਂ ਨੇ ਆਪ ਮੋਹਰਾਂ ਲਾਈਆਂ ਹਨ। ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਪਾਤਸ਼ਾਹੀ ਵਰਣਨ ਕੀਤੀ ਹੈ ਬਚਿੱਤਰ ਨਾਟਕ ਬਾਣੀ ਦੇ ਅੰਦਰ। ਸਤਿਗੁਰੂ ਜੀ ਬਚਨ ਕਰਦੇ ਹਨ, ਤਿੰਨ ਬੇਦੀਅਨ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦੇ ਜਹ ਤਹ ਭਏ ਸਹਾਏ। ਅੱਗੇ ਬਚਨ ਕਰਦੇ ਹਨ, ਤਿੰਨ ਇਹ ਕਲਮੋ ਧਰਮ ਚਲਾਇਓ, ਸਭ ਸਾਧਨ ਕੋ ਰਾਹ ਬਤਾਇਓ, ਜੋ ਤਿਨ ਕੇ ਮਾਰਗ ਮਹਿ ਆਏ, ਤੇ ਕਬਹੂ ਨਹੀਂ ਕਾਲ ਸੰਤਾਏ। ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੰਸਾਰ ਦੇ ਵਿੱਚ ਇੱਕ ਐਸਾ ਧਰਮ ਆਰੰਭ ਕੀਤਾ। ਅਜੋਕੇ ਸਮੇਂ ਦੇ ਵਿੱਚ ਸਾਨੂੰ ਇਹ ਵੀ ਸੁਣਨ ਨੂੰ ਮਿਲਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਕੋਈ ਧਰਮ ਨਹੀਂ ਚਲਾਇਆ, ਇੱਕ ਵਿਚਾਰਧਾਰਾ ਚਲਾਈ ਸੀ। ਪਰ ਸਾਧ ਸੰਗਤ ਜੀ, ਇਹ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦੇ ਆਪਣੇ ਬਚਨ ਹਨ, ਤਿੰਨ ਇਹ ਕਲਮੋ ਧਰਮ ਚਲਾਇਓ। ਅੱਗੇ ਮਹਾਰਾਜ ਬਚਨ ਕਰਦੇ ਹਨ, ਨਾਨਕ ਅੰਗਦ ਕਰ ਮਾਨਾ, ਅਮਰਦਾਸ ਅੰਗਦ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ, ਸਾਧਨ ਲਖਾ ਮੂੜ ਨਹਿ ਪਾਇਓ। ਇਸੇ ਪ੍ਰਕਾਰ ਅੱਗੇ ਬਚਨ ਕਰਦੇ ਹਨ, ਰਾਮਦਾਸ ਹਰਸੋਂ ਮਿਲ ਗਏ, ਗੁਰਤਾ ਦੇਤ ਅਰਜਨ ਹੈ ਭਏ। ਜਬ ਅਰਜਨ ਪ੍ਰਭ ਲੋਕ ਸਿਧਾਏ, ਹਰ ਗੋਬਿੰਦ ਤੇ ਠਾਂ ਬੈਠਾਏ। ਹਰ ਗੋਬਿੰਦ ਪ੍ਰਭ ਲੋਕ ਸਿਧਾਰੇ, ਹਰੀ ਰਾਏ ਤੇ ਠਾਂ ਬੈਠਾਰੇ। ਹਰ ਕ੍ਰਿਸ਼ਨ ਤਿਨ ਕੇ ਸੁਤ ਵਏ, ਤਿਨ ਤੇ ਤੇਗ ਬਹਾਦਰ ਪਏ। ਇਹ ਪਾਤਸ਼ਾਹੀ ਵਰਣਨ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਆਪ ਕੀਤਾ ਹੈ। ਸੋ ਸਾਧ ਸੰਗਤ ਜੀ, ਅੱਜ ਦੇ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰਤਾ ਗੱਦੀ ਦੇ ਤਖਤ ਤੇ ਸੁਭਾਏਮਾਨ ਹੋਏ
ਔਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੀ ਸ਼ਹੀਦੀ ਤੋਂ ਪਹਿਲਾਂ ਹੀ ਇਹ ਬਚਨ ਕਹਿ ਦਿੱਤੇ ਸਨ ਕਿ ਆਉਣ ਵਾਲੇ ਸਰੂਪ ਦੇ ਵਿੱਚ ਅਸੀਂ ਕੀ ਕੀ ਕਰਨਾ ਹੈ। ਇਹਦੀ ਵੀ ਗਵਾਹੀ ਸਾਨੂੰ ਸਤਿਗੁਰਾਂ ਦੇ ਪੁਰਾਤਨ ਇਤਿਹਾਸਾਂ ਤੋਂ ਮਿਲਦੀ ਹੈ। ਜੋ ਭਾਈ ਗੁਰਦਾਸ ਸਾਹਿਬ ਜੀ ਦੀ 11ਵੀਂ ਵਾਰ ਹੈ, ਉਸ ਦਾ ਟੀਕਾ ਸ਼ਹੀਦ ਭਾਈ ਮਣੀ ਸਿੰਘ ਜੀ ਨੇ ਕੀਤਾ ਹੈ, ਜਿਸ ਨੂੰ ਆਪਾਂ ਸਿੱਖਾਂ ਦੀ ਭਗਤਮਾਲਾ ਕਹਿੰਦੇ ਹਾਂ। ਉਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ 2 ਸਿੱਖ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਸ ਆਉਂਦੇ ਹਨ, ਜਿਨ੍ਹਾਂ ਦੇ ਨਾਮ ਭਾਈ ਸਿਗਾਰੂ ਜੀ ਤੇ ਭਾਈ ਜੈਤਾ ਜੀ ਕਰਕੇ ਆਉਂਦੇ, ਔਰ ਉਹ ਜੰਗੀ ਯੋਧੇ ਹਨ, ਜੰਗ ਯੁੱਧ ਕਰਨ ਵਾਲੇ ਹਨ। ਉਹਨਾਂ ਨੂੰ ਸਤਿਗੁਰੂ ਜੀ ਬਚਨ ਕਰਦੇ ਆ, ਧੰਨ ਗੁਰੂ ਅਰਜਨ ਦੇਵ ਮਹਾਰਾਜ ਕੀ ਬਚਨ ਕਰਦੇ ਹਨ। ਸਤਿਗੁਰੂ ਜੀ ਕਹਿੰਦੇ ਹਨ ਕਿ ਆਉਣ ਵਾਲੇ 6ਵੇਂ ਸਰੂਪ ਦੇ ਵਿੱਚ ਅਸੀਂ ਸ਼ਸਤਰ ਧਾਰਨ ਕਰਨੇ ਹਨ, ਔਰ ਮੇਰੀ ਤੇ ਪੀਰੀ ਵਾਲਾ ਸਰੂਪ ਜਿਹੜਾ ਉਹ ਧਾਰਨ ਕਰਨਾ ਹੈ। ਸ਼ਸਤਰ ਦੀ ਵਿਦਿਆ ਦੇ ਨਾਲ, ਜੰਗੀ ਵਿਦਿਆ ਦੇ ਨਾਲ ਜਿਹੜੀ ਮੀਰ ਦੀ ਮੀਰੀ ਹੈ ਉਹ ਖੋਹ ਲੈਣੀ ਹੈ, ਔਰ ਸ਼ਬਦ ਦੀ ਪ੍ਰੀਤੀ ਦੇ ਨਾਲ, ਬੰਦਗੀ ਦੇ ਨਾਲ ਪੀਰ ਦੀ ਪੀਰੀ ਖੋਹ ਲੈਣੀ। ਇਹੀ ਬਚਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਰੂਪ ਦੇ ਵਿੱਚ ਸੰਪੂਰਨ ਹੋਏ। ਬਾਬਾ ਬੁੱਢਾ ਸਾਹਿਬ ਜੀ ਨੇ ਗੁਰਤਾ ਗੱਦੀ ਦਾ ਤਿਲਕ ਦਿੱਤਾ। 2 ਤਲਵਾਰਾਂ ਸਤਿਗੁਰਾਂ ਨੇ ਧਾਰਨ ਕੀਤੀਆਂ, ਇੱਕ ਮੀਰੀ ਦੀ ਔਰ ਇੱਕ ਪੀਰੀ ਦੀ, ਜਿਨ੍ਹਾਂ ਦੇ ਵਿੱਚੋਂ ਪੀਰੀ ਦੀ ਜਿਹੜੀ ਉਹ ਵੱਡੀ ਹੈ ਤੇ ਮੀਰੀ ਦੀ ਉਹਦੇ ਨਾਲੋਂ ਥੋੜੀ ਛੋਟੀ ਹੈ, ਜਿਹਦਾ ਭਾਵ ਇਹ ਹੈ ਕਿ ਇਸ ਘਰ ਦੇ ਵਿੱਚ ਪੀਰੀ ਦੀ ਪ੍ਰਧਾਨਤਾ ਹੈ, ਭਾਵ ਧਰਮ ਦੀ ਪ੍ਰਧਾਨਤਾ ਹੈ, ਔਰ ਧਰਮ ਦੇ ਅਧੀਨ ਜਿਹੜੀ ਮੀਰੀ ਰਾਜਨੀਤੀ ਹੈ। ਸੋ ਇਸੇ ਪ੍ਰਕਾਰ ਸਤਿਗੁਰਾਂ ਨੇ ਗੁਰਤਾ ਗੱਦੀ ਦੇ ਤਖਤ ਤੇ ਸੁਭਾਏਮਾਨ ਹੋ ਕੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਸਿੱਖ ਸੰਗਤਾਂ ਦੇ ਤਾਈਂ ਇਹ ਹੁਕਮਨਾਮੇ ਲਿਖ ਕੇ ਭੇਜੇ ਕਿ ਗੁਰੂ ਘਰ ਦੇ ਵਿੱਚ ਹੁਣ ਜਵਾਨੀਆਂ ਭੇਟਾ ਕਰੋ, ਜੰਗੀ ਸਾਜੋ ਸਮਾਨ ਭੇਟਾ ਕਰੋ, ਵਧੀਆ ਨਸਲ ਦੇ ਘੋੜੇ ਭੇਟਾ ਕਰੋ। ਔਰ ਸਮੇਂ ਦੀ ਹਕੂਮਤ ਨੇ ਜੋ ਪਾਬੰਦੀਆਂ ਲਾਈਆਂ ਸੀ ਕਿ ਨੀਵੀਂ ਜਾਤ ਵਾਲੇ ਘੋੜੇ ਤੇ ਨਹੀਂ ਚੜ੍ਹ ਸਕਦੇ, ਸਿਰ ਤੇ ਦਸਤਾਰ ਨਹੀਂ ਸਜਾ ਸਕਦੇ, ਸ਼ਸਤਰ ਨਹੀਂ ਰੱਖ ਸਕਦੇ, ਨਗਾਰਾ ਨਹੀਂ ਵਜਾ ਸਕਦੇ, ਸਤਿਗੁਰਾਂ ਨੇ ਇਹ ਸਭ ਦੇ ਉਲਟ ਹੁਕਮ ਕੀਤੇ ਸਿੱਖਾਂ ਨੂੰ ਕਿ ਘੋੜੇ ਤੇ ਵੀ ਚੜ੍ਹੋ, ਦਸਤਾਰੇ ਵੀ ਸਜਾਓ, ਸ਼ਸਤਰ ਵੀ ਰੱਖੋ। ਸੋ ਇਹਦੇ ਰੂਪ ਦੇ ਵਿੱਚ ਹੀ ਅੱਗੇ ਫਿਰ ਜੋ ਸਮੇਂ ਦਾ ਬਾਦਸ਼ਾਹ ਸ਼ਾਹਜਹਾਂ ਹੈ, ਜਿਹਦੇ ਨਾਲ 4 ਜੰਗ ਹੋਏ ਮਹਾਰਾਜ ਦੇ, ਸਤਿਗੁਰਾਂ ਦੀ ਫਤਿਹ ਹੁੰਦੀ ਰਹੀ। ਸੋ ਇਹ ਮਹਾਨ ਪਰਉਪਕਾਰੀ ਸਤਿਗੁਰੂ, ਜਿਨ੍ਹਾਂ ਨੇ ਗੁਰਤਾ ਗੱਦੀ ਦੇ ਤਖਤ ਤੇ ਸੁਭਾਏਮਾਨ ਹੋ ਕੇ ਜਿੱਥੇ ਭਗਤੀ ਚੱਲੀ ਆ ਰਹੀ ਸੀ ਉਹਦੇ ਨਾਲ ਸ਼ਕਤੀ ਨੂੰ ਜੋੜ ਦਿੱਤਾ। ਜਿੱਥੇ ਹਰਿਮੰਦਰ ਸਾਹਿਬ ਦੀ ਰਚਨਾ ਸੀ ਉੱਥੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਜਿੱਥੇ ਸਿੱਖ ਮਾਲਾ ਫੇਰਦੇ ਸਨ ਉਹਨਾਂ ਹੱਥਾਂ ਦੇ ਵਿੱਚ ਤੇਗ ਫੜਾ ਦਿੱਤੀ। ਇਹ ਦੋਹੇ ਰੂਪ ਸਤਿਗੁਰਾਂ ਨੇ ਇਹਦੀ ਨੀਂਹ ਰੱਖ ਦਿੱਤੀ, ਜੋ 10ਵੇਂ ਜਾਮੇ ਦੇ ਵਿੱਚ ਆ ਕੇ ਫਿਰ ਇਹਦੀ ਸੰਪੂਰਨਤਾ ਖਾਲਸੇ ਦੇ ਰੂਪ ਵਿੱਚ ਕੀਤੀ। ਸੋ ਇਸ ਪ੍ਰਕਾਰ ਮੇਰੀ ਪੀਰੀ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅੱਜ ਗੁਰਤਾ ਗੱਦੀ ਦਿਵਸ ਆਪਾਂ ਮਨਾ ਰਹੇ ਹਾਂ, ਜਿਨ੍ਹਾਂ ਦੀ ਬਾਬਤ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਬਚਨ ਕਹੇ ਹਨ। ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਐਸੇ ਸਤਿਗੁਰੂ ਸਨ ਕਿ ਦਲਾਂ ਨੂੰ ਭੰਨਣ ਵਾਲੇ। ਇਤਿਹਾਸ ਦੇ ਵਿੱਚ ਐਸੇ ਵੀ ਜ਼ਿਕਰ ਆਉਂਦਾ ਹੈ ਕਿ ਜਦੋਂ ਸਤਿਗੁਰੂ ਜੀ ਜੰਗ ਤੇ ਚੜ੍ਹਾਈ ਕਰਦੇ ਤੇ ਉਹਨਾਂ ਚਿਰ ਘੋੜੇ ਦੀ ਵਾਗ ਪਿੱਛੇ ਨਹੀਂ ਸੀ ਮੋੜਦੇ ਜਿੰਨਾ ਚਿਰ ਜੰਗ ਫਤਿਹ ਨਹੀਂ ਹੁੰਦਾ। ਜੰਗ ਨੂੰ ਫਤਿਹ ਕਰਕੇ ਫਿਰ ਘੋੜੇ ਦੀ ਵਾਗ ਪਿੱਛੇ ਮੋੜਦੇ। ਤੇ ਵੱਡੇ ਯੋਧੇ, ਵੱਡੇ ਸੂਰਮੇ ਤੇ ਪਰਉਪਕਾਰੀ, ਪਰਉਪਕਾਰ ਵੀ ਸਤਿਗੁਰਾਂ ਨੇ ਬੇਅੰਤ ਕੀਤੇ। ਜਿਵੇਂ 52 ਰਾਜੇ ਕਿੰਨੇ ਚਿਰ ਦੇ ਕੈਦੀ ਬਣੇ ਹੋਏ ਸਨ, ਜਿਨ੍ਹਾਂ ਨੂੰ ਮੁਕਤ ਕਰਾਇਆ। ਇਸੇ ਪ੍ਰਕਾਰ ਹੋਰ ਬੇਅੰਤ ਪਰਉਪਕਾਰ ਸਤਿਗੁਰਾਂ ਦੇ ਇਤਿਹਾਸ ਦੇ ਵਿੱਚੋਂ ਸਾਨੂੰ ਸੁਣਨ ਨੂੰ ਮਿਲਦੇ ਹਨ, ਸਾਨੂੰ ਪੜ੍ਹਨ ਨੂੰ ਮਿਲਦੇ ਹਨ। ਜਿੱਥੇ ਸਤਿਗੁਰਾਂ ਨੇ ਇਹ ਸ਼ਸਤਰ ਵਿਦਿਆ ਬਖਸ਼ਿਸ਼ ਕੀਤੀ, ਉੱਥੇ ਨਾਲ ਹੀ ਸਤਿਗੁਰਾਂ ਨੇ ਸਿੱਖਾਂ ਦੇ ਤਾਈਂ ਭਗਤੀ ਦਾ, ਨਾਮ ਸਿਮਰਨ ਦਾ ਉਪਦੇਸ਼ ਬਖਸ਼ਿਸ਼ ਕੀਤਾ। ਸੋ ਐਸੇ ਮਹਾਨ ਪਰਉਪਕਾਰੀ ਸਤਿਗੁਰਾਂ ਨੂੰ ਅੱਜ ਆਪਾਂ ਯਾਦ ਕਰ ਰਹੇ ਹਾਂ। ਸਤਿਗੁਰੂ ਜੀ ਰਹਿਮਤਾਂ ਕਰਨ, ਕਿਰਪਾ ਕਰਨ, ਸਾਡੇ ਅੰਦਰ ਵੀ ਇਹ ਬਾਣੀ ਔਰ ਬਾਣਾ ਦੋਹੇ ਵਸ ਜਾਣ, ਜਿਹਦੇ ਕਰਕੇ ਜੀਵਨ ਦੀ ਸਫਲਤਾ ਹੋਵੇ। ਸੋ ਇੰਨੀਆਂ ਬੇਨਤੀਆਂ ਅੱਜ ਦੇ ਇਸ ਪਾਵਨ ਪਵਿੱਤਰ ਦਿਨ ਨੂੰ ਸੰਬੰਧਿਤ ਸਨ। ਸੋ ਹੁਣ ਜੋ ਗੁਰੂ ਕੀ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ, ਗੌੜੀ ਰਾਗ ਦੇ ਅੰਦਰ, ਸੁਖਮਨੀ ਸਾਹਿਬ ਦੇ ਅੰਦਰ, ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਉਚਾਰਨ ਕੀਤੀ ਹੋਈ ਪਾਵਨ ਗੁਰਬਾਣੀ ਸੁਖਮਨੀ ਸਾਹਿਬ ਦੇ ਅੰਦਰ 21ਵੀਂ ਅਸ਼ਟਪਦੀ ਦੇ ਅੰਦਰ ਇਹ ਕਥਾ ਚੱਲ ਰਹੀ ਹੈ। ਸੋ ਸਤਿਗੁਰੂ ਜੀ ਜਿਸ ਪ੍ਰਕਾਰ ਇਹ ਪਾਵਨ ਪਵਿੱਤਰ ਉਪਦੇਸ਼ਾਂ ਦੀ ਬਖਸ਼ਿਸ਼ ਕਰਦੇ ਹਨ,
ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨ ਦੇ ਯਤਨ ਕਰੀਏ। ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜਹ ਚਲ ਛੇਦ ਭੇਦ ਸਮਾਇਆ। ਸਤਿਗੁਰੂ ਜੀ ਇਸ ਪਾਵਨ ਪਵਿੱਤਰ ਅਸ਼ਟਪਦੀ ਦੇ ਅੰਦਰ ਜਿਵੇਂ ਆਪਾਂ ਪਿਛਲੇ ਸਮਿਆਂ ਦੇ ਪਿਛਲੇ ਦਿਨਾਂ ਦੇ ਵਿੱਚ ਵਿਚਾਰ ਕੀਤੀ ਹੈ ਕਿ ਸ਼ਲੋਕ ਦੇ ਅੰਦਰ ਸਤਿਗੁਰਾਂ ਨੇ ਪਰਮੇਸ਼ਰ ਵਾਹਿਗੁਰੂ ਦੇ ਸਰੂਪਾਂ ਦਾ ਵਰਣਨ ਕੀਤਾ ਹੈ ਕਿ ਸਰਗੁਣ, ਨਿਰਗੁਣ, ਨਿਰੰਕਾਰ, ਸੁੰਨ ਸਮਾਧੀ ਆ। ਕਿ ਉਹ ਪਰਮੇਸ਼ਰ ਵਾਹਿਗੁਰੂ ਜਦੋਂ ਸੁੰਨ ਸਮਾਧੀ ਦੇ ਵਿੱਚ ਲੀਨ ਹੁੰਦਾ ਹੈ, ਅਪੁਰ ਅਵਸਥਾ ਦੇ ਵਿੱਚ ਹੁੰਦਾ ਹੈ, ਜਦੋਂ ਇਹ ਸੰਸਾਰ ਦੀ ਰਚਨਾ ਨਹੀਂ ਹੁੰਦੀ, ਕੁਝ ਵੀ ਨਹੀਂ ਹੁੰਦਾ, ਉਹ ਸੁੰਨ ਸਮਾਧੀ ਦੇ ਵਿੱਚੋਂ ਹੀ ਆਪਣੇ ਫੁਰਨੇ ਦੁਆਰਾ, ਮਾਇਆ ਦੁਆਰਾ ਤਿੰਨ ਗੁਣ ਰਚ ਕੇ ਸੰਸਾਰ ਨੂੰ ਪੈਦਾ ਕਰ ਦਿੰਦਾ ਹੈ। ਜਿਸ ਪ੍ਰਕਾਰ ਆਪਾਂ ਰਾਤ ਦੇ ਸਮੇਂ ਉਦਾਹਰਨ ਦੇ ਤੌਰ ਤੇ ਸੁਪਨਾ ਦੇਖਦੇ ਹਾਂ, ਔਰ ਸੁਪਨੇ ਦੇ ਵਿੱਚ ਆਪਾਂ ਕਿੰਨਾ ਕੁਝ ਦੇਖ ਲੈਂਦੇ ਹਾਂ, ਪਹਾੜ, ਨਦੀਆਂ, ਤਰ੍ਹਾਂ ਤਰ੍ਹਾਂ ਦੇ ਜੀਵ, ਕਿੰਨਾ ਕੁਝ ਦੇਖ ਲੈਂਦੇ ਹਾਂ। ਉਹ ਸਾਰਾ ਕੁਝ ਆਪਾਂ ਲੈ ਕੇ ਤੇ ਨਹੀਂ ਆਉਂਦੇ, ਸੁਪਨੇ ਵਿੱਚ ਹੁੰਦਾ। ਇਸੇ ਪ੍ਰਕਾਰ ਹੀ ਇਹ ਸੰਸਾਰ ਜਿਹੜਾ ਹੈ ਉਹ ਪ੍ਰਭੂ ਦਾ ਸੁਪਨਾ ਹੈ। ਉਹ ਆਪਣੇ ਇਸ ਸੁਪਨੇ ਦੇ ਨਿਆਈ ਇਸ ਨੂੰ ਰਚ ਦਿੰਦਾ ਹੈ ਤੇ ਜਦੋਂ ਉਹਦਾ ਫੁਰਨਾ ਹੁੰਦਾ ਲੈ ਕਰ ਲੈਂਦਾ ਹੈ। ਸੋ ਇਸ ਪ੍ਰਕਾਰ ਸਤਿਗੁਰੂ ਜੀ ਉਹ ਸੁੰਨ ਸਮਾਧੀ ਦਾ ਜ਼ਿਕਰ ਇਹ 6ਵੀਂ ਪੌੜੀ ਦੇ ਅੰਦਰ ਕਰਦੇ ਹਨ। ਅਗਲੀਆਂ 2 ਪੌੜੀਆਂ ਦੇ ਅੰਦਰ ਸ੍ਰਿਸ਼ਟੀ ਦੀ ਰਚਨਾ ਬਾਰੇ ਦੱਸਣਗੇ। ਸੋ ਸਤਿਗੁਰੂ ਜੀ ਇੱਥੇ ਬਚਨ ਕਰਦੇ ਹਨ ਕਿ ਕੈਸੀ ਉਸ ਦੀ ਅਵਸਥਾ ਹੈ ਜਹ ਅਛਲ ਅਛੇਦ ਅਭੇਦ ਸਮਾਇਆ। ਕਿ ਉਹ ਪਰਮੇਸ਼ਰ ਵਾਹਿਗੁਰੂ ਅਛਲ, ਜਿਸ ਨੂੰ ਛਲਿਆ ਨਹੀਂ ਜਾ ਸਕਦਾ। ਸੰਸਾਰ ਦੇ ਵਿੱਚ ਬੜੇ ਛਲ ਹੁੰਦੇ ਹਨ। ਲੋਕ ਜਿਹੜੇ ਇੱਕ ਦੂਜੇ ਨੂੰ ਆਪਣੇ ਸ਼ਬਦਾਂ ਦੇ ਨਾਲ ਛਲ ਜਾਂਦੇ ਹੈ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਦੇ ਨਾਲ ਲੁੱਟ ਲੈਂਦੇ ਹੈ, ਪਰ ਉਹ ਪ੍ਰਭੂ ਪਰਮੇਸ਼ਰ ਵਾਹਿਗੁਰੂ ਅਛਲ ਹੈ, ਉਸ ਨੂੰ ਕੋਈ ਛਲ ਨਹੀਂ ਸਕਦਾ। ਅਛੇਦ ਫਿਰ ਉਹ ਕੱਟਿਆ ਨਹੀਂ ਜਾਂਦਾ। ਸੰਸਾਰ ਦੇ ਵਿੱਚ ਬੇਅੰਤ ਚੀਜ਼ਾਂ ਹਨ ਜੋ ਕੱਟੀਆਂ ਜਾਂਦੀਆਂ ਹਨ, ਨਾਸ ਹੋ ਜਾਂਦੀਆਂ ਹਨ, ਪਰ ਉਹ ਪਰਮੇਸ਼ਰ ਵਾਹਿਗੁਰੂ ਐਸਾ ਹੈ ਕਿ ਨਾ ਉਹ ਕਿਸੇ ਸ਼ਸਤਰ ਦੁਆਰਾ ਕੱਟਿਆ ਜਾਂਦਾ ਹੈ, ਨਾ ਉਹ ਅੱਗ ਦੁਆਰਾ ਸਾੜਿਆ ਜਾ ਸਕਦਾ ਹੈ। ਉਹ ਅਛੇਦ ਹੈ, ਕੱਟਣ ਤੋਂ ਰਹਿਤ ਹੈ, ਔਰ ਅਭੇਦ, ਉਹਦੇ ਵਿੱਚ ਕੋਈ ਭਰਮ ਵੀ ਨਹੀਂ ਹੈ, ਕੋਈ ਭੇਦਭਾਵ ਵੀ ਨਹੀਂ ਹੈ, ਤੇ ਔਰ ਸਮਾਇਆ ਐਸਾ ਜੋ ਪਰਮੇਸ਼ਰ ਵਾਹਿਗੁਰੂ ਆਪਣੀ ਸੁੰਨ ਅਵਸਥਾ ਦੇ ਵਿੱਚ ਜਿਸ ਸਮੇਂ ਸਮਾਇਆ ਹੈ। ਮੂਹਾ ਕਿਸਹਿ ਵਿਆਪਤ ਮਾਇਆ। ਸਤਿਗੁਰੂ ਜੀ ਕਹਿੰਦੇ ਉੱਥੇ ਫਿਰ ਜਿਹੜੀ ਮਾਇਆ ਹੈ ਇਹ ਕਿਸ ਨੂੰ ਵਿਆਪਣੀ ਹੈ। ਜਿਹੜੀ ਮਾਇਆ ਹੈ ਇਹੀ ਛਲ ਰੂਪ ਹੈ, ਇਹੀ ਭਰਮ ਪੈਦਾ ਕਰਨ ਵਾਲੀ ਹੈ, ਇਹੀ ਤਰ੍ਹਾਂ ਤਰ੍ਹਾਂ ਦੇ ਜੀਵਾਂ ਦੇ ਨੁਕਸਾਨ ਕਰਨ ਵਾਲੀ ਹੈ। ਇਸੇ ਦੇ ਅਧੀਨ ਹੋ ਕੇ ਜੀਵ ਛਲ ਕਰਦਾ ਹੈ, ਭੇਦ ਕਰਦਾ ਹੈ, ਭਰਮ ਕਰਦਾ ਹੈ, ਕਿਸੇ ਦੇ ਨਾਲ ਵਿਰੋਧਤਾ ਕਰਦਾ ਹੈ। ਪਰ ਉਹ ਪਰਮੇਸ਼ਰ ਵਾਹਿਗੁਰੂ ਦੀ ਐਸੀ ਸੁੰਨ ਸਮਾਧੀ ਦੀ ਅਵਸਥਾ ਹੈ ਜਿੱਥੇ ਜਿਹੜੀ ਮਾਇਆ ਹੈ ਤਿੰਨਾਂ ਗੁਣਾਂ ਵਾਲੀ, ਇਹਦਾ ਕੋਈ ਵੀ ਉੱਥੇ ਪ੍ਰਭਾਵ ਨਹੀਂ, ਅਸਰ ਨਹੀਂ ਰਹਿੰਦਾ। ਆਪਸ ਕਾ ਆਪੇ ਆਦੇਸ਼। ਉਹ ਪਰਮੇਸ਼ਰ ਵਾਹਿਗੁਰੂ ਦੀ ਕੈਸੀ ਉਸ ਸਮੇਂ ਅਵਸਥਾ ਹੈ। ਆਪਸ ਕਉ ਆਪ ਹੈ ਆਦੇਸ਼। ਉਹ ਉੱਥੇ ਉਹ ਆਪਣੇ ਆਪ ਰੂਪ ਦੇ ਵਿੱਚ ਹੀ ਨਮਸਕਾਰ ਕਰ ਰਿਹਾ ਹੈ। ਜਿਵੇਂ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਜਾਪ ਸਾਹਿਬ ਬਾਣੀ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਦੇ ਸਨਮੁਖ ਨਮਸਕਾਰਾਂ ਕੀਤੀਆਂ ਹਨ। ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ। ਇਹ ਨਮਸਕਾਰਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਹਨ। ਔਰ ਉਹ ਪਰਮੇਸ਼ਰ ਵਾਹਿਗੁਰੂ ਦੀ ਐਸੀ ਅਵਸਥਾ ਹੈ ਜਿੱਥੇ ਉਹਦੀ ਆਪਣੇ ਆਪ ਰੂਪ ਵਿੱਚ ਹੀ ਨਮਸਕਾਰ ਹੋ ਰਹੀ ਹੈ। ਦੇਹ ਗੁਣ ਕਾ ਨਾਹੀ ਪਰਵੇਸ਼। ਉੱਥੇ ਸਤਿਗੁਰੂ ਜੀ ਕਹਿੰਦੇ ਤਿੰਨਾਂ ਗੁਣਾਂ ਦਾ ਪ੍ਰਵੇਸ਼ ਨਹੀਂ ਹੈ। ਸਤੋ, ਰਜੋ ਤੇ ਤਮੋ, ਇਹ 3 ਪ੍ਰਕਾਰ ਦੇ ਜੀਵ ਹਨ। ਸਤੋ ਗੁਣੀ ਸ਼ਾਂਤਮਈ ਬਿਰਤੀ ਵਾਲੇ ਹਨ, ਰਜੋ ਗੁਣੀ ਲੋਭੀ ਲਾਲਚੀ ਹਨ, ਤਮੋ ਜਿਹੜੇ ਕੋਈ ਜੀਵ ਪਾਪ ਰੂਪ ਕਰਨ ਵਾਲੇ ਹਨ। ਇਹ ਤਿੰਨੇ ਪ੍ਰਕਾਰ ਦੇ ਗੁਣਾਂ ਦਾ ਜਿਹੜਾ ਪ੍ਰਭਾਵ ਹੈ ਉੱਥੇ ਉਹ ਖਤਮ ਹੋ ਜਾਂਦਾ ਹੈ। ਕਿਉਂਕਿ ਸੰਸਾਰ ਦੇ ਅੰਦਰ ਆਪਾਂ ਦੇਖਦੇ ਹਾਂ ਜਿਹੜੇ ਕੋਈ ਮਾੜੇ ਹਨ ਉਹ ਡਰਦੇ ਝੁਕ ਜਾਂਦੇ ਹਨ, ਜਿਹੜੇ ਤਗੜੇ ਹਨ ਉਹ ਧੱਕੇ ਨਾਲ ਝੁਕਾਉਂਦੇ ਹਨ, ਨਮਸਕਾਰਾਂ ਕਰਾਉਂਦੇ ਹਨ। ਪਰ ਉਹ ਪਰਮੇਸ਼ਰ ਵਾਹਿਗੁਰੂ ਦੀ ਐਸੀ ਅਵਸਥਾ ਹੈ ਜਿੱਥੇ ਇਹ ਤਿੰਨੇ ਗੁਣ ਜਿਹੜੇ ਹਨ ਸਤੋ, ਰਜੋ ਤੇ ਤਮੋ, ਇਹਨਾਂ ਦਾ ਅਭਾਵ ਹੋ ਜਾਂਦਾ ਹੈ, ਮਿਟ ਜਾਂਦੇ ਹਨ। ਜਹ ਏਕ ਏਕ ਭਗਵੰਤਾ। ਜਿੱਥੇ ਇੱਕੋ ਇੱਕ ਪਰਮੇਸ਼ਰ ਵਾਹਿਗੁਰੂ ਹੀ ਭਗਵੰਤਾ ਜੋ ਖਟ ਭਗਾਂ ਸੰਪੰਨ ਹੈ, ਖਟ ਪ੍ਰਕਾਰ ਦੀ 6 ਪ੍ਰਕਾਰ ਦੀ ਵਿਭੂਤੀ ਰੱਖਣ ਵਾਲਾ ਜੋ ਪਰਮੇਸ਼ਰ ਵਾਹਿਗੁਰੂ ਹੈ, ਉੱਥੇ ਉਹ ਆਪ ਹੀ ਇੱਕ ਰੂਪ ਹੋ ਰਿਹਾ ਹੈ।
ਉੱਥੇ ਉਹ ਆਪ ਹੀ ਸੱਚ ਸਰੂਪ ਹੋ ਕੇ ਵਰਤ ਰਿਹਾ ਹੈ। ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ। ਇਹ ਸਤਿਗੁਰੂ ਜੀ ਕਹਿੰਦੇ ਕਿਸ ਨੂੰ ਚਿੰਤਾ ਲੱਗਣੀ ਹੈ ਔਰ ਕਿਸ ਨੂੰ ਚਿੰਤਾ ਤੋਂ ਰਹਿਤ ਜੋ ਅਚਿੰਤ ਅਵਸਥਾ ਹੈ ਇਹ ਲੱਗਣੀ ਹੈ। ਭਾਵ ਕਿ ਦੋਹੇ ਚੀਜ਼ਾਂ ਹੀ ਨਹੀਂ ਹਨ। ਜਿੱਥੇ ਇੱਕ ਰੂਪ ਹੀ ਹੋ ਗਿਆ ਜੀਵ, ਉੱਥੇ ਫਿਰ ਚਿੰਤਾ ਜਿਹੜੀ ਹੈ ਇਹ ਕਿਸ ਨੂੰ ਲੱਗਣੀ ਹੈ, ਔਰ ਚਿੰਤਾ ਤੋਂ ਰਹਿਤ ਜਿਹੜਾ ਹੋਣਾ ਅਚਿੰਤ ਅਵਸਥਾ ਇਹ ਕਿਸ ਨੂੰ ਲੱਗਣੀ ਹੈ। ਜਹ ਆਪਨੇ ਆਪ ਆਪ ਪਤਿਆਰਾ। ਜਿੱਥੇ ਉਹ ਪਰਮੇਸ਼ਰ ਵਾਹਿਗੁਰੂ ਸਤਿਗੁਰੂ ਜੀ ਕਹਿੰਦੇ ਆਪਣੇ ਆਪ ਰੂਪ ਦੇ ਵਿੱਚ ਹੀ ਪਤਿਆਰਾ ਕਹੀਏ ਪਤੀਜ ਰਿਹਾ ਹੈ, ਪ੍ਰਸੰਨ ਹੋ ਰਿਹਾ ਹੈ। ਆਪਣੇ ਆਪੇ ਦੇ ਵਿੱਚ ਹੀ ਉਹ ਪਰਮੇਸ਼ਰ ਵਾਹਿਗੁਰੂ ਪ੍ਰਸੰਨ ਤੇ ਆਨੰਦ ਸਰੂਪ ਹੋ ਰਿਹਾ ਹੈ। ਤਹ ਕੌਣ ਕਥੈ ਕੌਣ ਸੁਨਨੈ ਹਾਰਾ। ਸਤਿਗੁਰੂ ਜੀ ਕਹਿੰਦੇ ਉੱਥੇ ਫਿਰ ਕੌਣ ਉਹ ਪਰਮੇਸ਼ਰ ਦੇ ਸਰੂਪ ਨੂੰ ਕਥਨ ਕਰੇ ਤੇ ਕੌਣ ਉਹਦੀ ਮਹਿਮਾ ਨੂੰ ਸੁਣੇ। ਭਾਵ ਕਿ ਜਿੱਥੇ ਆਨੰਦ ਸਰੂਪ ਹੀ ਹੋ ਗਿਆ, ਜੀਵ ਦੀ ਐਸੀ ਅਵਸਥਾ ਹੋ ਗਈ ਕਿ ਚੁੱਪ ਹੀ ਹੋ ਗਿਆ, ਕਿਉਂਕਿ ਉਹ ਆਨੰਦ ਦੀ ਐਸੀ ਅਵਸਥਾ ਹੈ। ਉੱਥੇ ਕੀ ਕੋਈ ਉਹਦੇ ਸਰੂਪ ਨੂੰ ਕਥਨ ਕਰੇ। ਜਦੋਂ ਉਹਦੇ ਚ ਮਿਲ ਹੀ ਗਿਆ, ਅਭੇਦ ਹੀ ਹੋ ਗਿਆ, ਫਿਰ ਕੀ ਉਹਦੇ ਕੋਈ ਰੂਪ ਨੂੰ ਬਿਆਨ ਕਰ ਸਕਦਾ ਹੈ। ਜਿਵੇਂ ਕਿਸੇ ਵਿਦਵਾਨ ਨੇ ਉਦਾਹਰਨ ਦਿੱਤੀ ਹੈ, ਚੱਲੀ ਪੂਤਰੀ ਲੋਨ ਕੀ ਥਾ ਸਿੰਧ ਕੀ ਲੈਣ, ਨਾਥ ਆਪ ਆਪੇ ਭਈ ਪਲਟ ਕਹੇ ਕੋ ਬੈਣ। ਕਹਿੰਦੇ ਜਿਵੇਂ ਕਿਸੇ ਨੇ ਸਮੁੰਦਰ ਦੀ ਜਿਹੜੀ ਡੰਗਾਈ ਹੈ ਉਹਨੂੰ ਮਾਪਣ ਵਾਸਤੇ ਕੀ ਕੰਮ ਕੀਤਾ ਕਿ ਧਾਗੇ ਦੇ ਨਾਲ ਲੂਣ ਦੀ ਡਲੀ ਬੰਨ੍ਹ ਲਈ, ਕਿ ਜਿਹੜੀ ਇਹ ਲੂਣ ਦੀ ਡਲੀ ਹੈ ਜਾ ਕੇ ਸਮੁੰਦਰ ਦੇ ਤਲੇ ਤੇ ਲੱਗ ਜਾਏਗੀ ਤੇ ਫਿਰ ਆਪਾਂ ਇਸ ਨੂੰ ਬਾਹਰ ਕੱਢ ਕੇ ਧਾਗਾ ਮਿਣ ਕੇ ਡੰਗਾਈ ਮਾਪ ਲਾਂਗੇ। ਜਦੋਂ ਲੂਣ ਦੀ ਡਲੀ ਬੰਨ੍ਹ ਕੇ ਧਾਗੇ ਦੇ ਨਾਲ ਸਮੁੰਦਰ ਦੇ ਵਿੱਚ ਰੱਖੀ ਤੇ ਉਹ ਲੂਣ ਘੁਲ ਗਿਆ, ਧਾਗਾ ਖਾਲੀ ਰਹਿ ਗਿਆ। ਉਹ ਮਹਾਤਮਾ ਕਹਿੰਦੇ ਹਨ ਪਲਟ ਕਹੇ ਕੋ ਬੈਣ। ਉਹ ਲੂਣ ਦੀ ਡਲੀ ਮੁੜ ਕੇ ਬਾਹਰ ਆ ਕੇ ਕੀ ਦੱਸੇ ਵੀ ਕਿੰਨਾ ਕਡੂੰਗਾ ਹੈ। ਇਸੇ ਪ੍ਰਕਾਰ ਹੀ ਜਿਹੜੀ ਸਾਡੀ ਸੁਰਤੀ ਹੈ, ਬਿਰਤੀ ਹੈ, ਇਹ ਲੂਣ ਦੀ ਡਲੀ ਵਾਂਗ ਹੈ। ਜਦੋਂ ਇਹ ਪਰਮੇਸ਼ਰ ਵਾਹਿਗੁਰੂ ਦੇ ਸਰੂਪ ਦੇ ਵਿੱਚ ਜੁੜਦੀ ਹੈ, ਉਹਦੇ ਵਿੱਚ ਲੀਨ ਹੁੰਦੀ ਹੈ, ਫਿਰ ਉਹਦਾ ਰੂਪ ਬਣ ਜਾਂਦੀ। ਫਿਰ ਉਹਦੇ ਸਰੂਪ ਬਾਰੇ ਇਹ ਬਾਹਰ ਆ ਕੇ ਸੰਸਾਰੀ ਬਿਰਤੀ ਹੋ ਕੇ ਕੁਝ ਦੱਸ ਨਹੀਂ ਸਕਦੀ ਵੀ ਉਹ ਕਿੱਦਾਂ ਦਾ ਹੈ, ਕਿੱਦਾਂ ਦਾ ਉਹਦਾ ਰੂਪ ਹੈ, ਕਿੱਦਾਂ ਦੀ ਉਹਦੀ ਸ਼ਕਲ ਸੂਰਤ ਹੈ, ਕੀ ਉਹਦਾ ਆਨੰਦ ਹੈ। ਇਹ ਰਸ ਨੂੰ ਬਿਆਨ ਹੀ ਨਹੀਂ ਕਰ ਸਕਦੀ, ਕਿਉਂਕਿ ਆਨੰਦ ਹੀ ਐਸਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਫਿਰ ਉੱਥੇ ਉਹਦੇ ਸਰੂਪ ਨੂੰ ਕਿਹੜਾ ਕੋਈ ਕਥਨ ਕਰਨ ਵਾਲਾ ਹੈ ਔਰ ਕਿਹੜਾ ਉਸ ਨੂੰ ਸੁਣਨ ਵਾਲਾ ਹੈ। ਬਹੁ ਬੇਅੰਤ ਉੱਚ ਤੇ ਉੱਚਾ। ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਬੇਅੰਤ ਹੈ, ਉੱਚ ਤੇ ਉੱਚਾ, ਤੇ ਉੱਚਿਆਂ ਤੋਂ ਉੱਚਾ ਉਹ ਪਰਮੇਸ਼ਰ ਵਾਹਿਗੁਰੂ ਹੈ। ਉਹਦਾ ਕਿਸੇ ਰੂਪ ਦਾ ਵੀ ਅੰਤ ਨਹੀਂ ਆਉਂਦਾ, ਕਿਸੇ ਗੁਣ ਦਾ ਵੀ ਅੰਤ ਨਹੀਂ ਆਉਂਦਾ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ। ਕਿਹੜੇ ਕਿਹੜੇ ਗੁਣ ਉਹ ਪਰਮੇਸ਼ਰ ਦੇ ਆਪਾਂ ਕਹੀਏ, ਕਿਉਂਕਿ ਉਹ ਪਰਮੇਸ਼ਰ ਵਾਹਿਗੁਰੂ ਬੇਅੰਤ ਹੈ। ਨਾ ਉਹਦੀ ਸਿਫਤੀ ਦਾ ਅੰਤ ਹੈ, ਨਾ ਉਹਦੀ ਸਲਾਹ ਦਾ ਅੰਤ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ। ਸਤਿਗੁਰੂ ਜੀ ਕਹਿੰਦੇ ਉਹਦਾ ਅੰਤ ਇਹੀ ਹੈ ਵੀ ਉਹਦਾ ਕੋਈ ਅੰਤ ਜਾਣ ਹੀ ਨਹੀਂ ਸਕਦਾ, ਇਹੀ ਉਹਦਾ ਅੰਤ ਹੈ, ਹੋਰ ਕੋਈ ਉਹਦਾ ਅੰਤ ਨਹੀਂ ਦੱਸ ਸਕਦਾ। ਸਤਿਗੁਰੂ ਜੀ ਕਹਿੰਦੇ ਬਹੁ ਬੇਅੰਤ, ਉਹ ਪਰਮੇਸ਼ਰ ਵਾਹਿਗੁਰੂ ਬਹੁਤ ਬੇਅੰਤ ਹੈ, ਉੱਚ ਤੇ ਉੱਚਾ, ਤੇ ਉੱਚਿਆਂ ਤੋਂ ਉੱਚੇ ਰੂਪ ਵਾਲਾ ਹੈ। ਨਾਨਕ ਆਪਸ ਕੋ ਆਪੇ ਪਹੁੰਚਾ। ਸਤਿਗੁਰੂ ਜੀ ਕਹਿੰਦੇ ਆਪਣੇ ਸਰੂਪ ਦੇ ਵਿੱਚ ਉਹ ਆਪ ਹੀ ਪਹੁੰਚਾ ਕਹੀਏ ਪਹੁੰਚਿਆ ਹੋਇਆ ਹੈ। ਕੋਏ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪ੍ਰਵਾਸਾ। ਉਹ ਪਰਮੇਸ਼ਰ ਵਾਹਿਗੁਰੂ ਦੇ ਤੱਕ ਪਹੁੰਚ ਕਰਨ ਵਾਲਾ ਹੋਰ ਕੋਈ ਦੂਜਾ ਨਹੀਂ ਹੈ। ਉਹ ਆਪਣੇ ਰੂਪ ਦੀ ਪਹੁੰਚ ਦੇ ਵਿੱਚ ਉਹ ਆਪ ਹੀ ਵਿਰਾਜਦਾ ਹੈ। ਜਹ ਆਪ ਰਚਿਓ ਪਰਪੰਚ ਆਕਾਰ। ਅੱਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਹਨ, ਜਹ ਆਪ ਰਚਿਓ ਪਰਪੰਚ ਆਕਾਰ। ਜਿਹੜਾ ਆਪਾਂ ਨੂੰ ਇਹ ਸੰਸਾਰ ਆਕਾਰ ਰੂਪ ਹੋ ਕੇ, ਪਰਪੰਚ ਦਾ ਭਾਵ ਹੁੰਦਾ ਪੰਜ ਚੀਜ਼ਾਂ ਦਾ, ਅਸਤੀ ਭਾਂਤੀ ਪ੍ਰੇਤਾ ਨਾਮ ਰੂਪ ਪਰਪੰਚ। ਇਹ ਵਿਦਾਨ ਦੀ ਵਿਦਿਆ ਦੇ ਵਿੱਚ ਇਹ ਅੱਖਰ ਆਉਂਦੇ ਹਨ ਕਿ ਅਸਤੀ ਭਾਂਤੀ ਪ੍ਰੇਤਾ, ਨਾਮ ਤੇ ਰੂਪ। ਇਹ ਪੰਜ ਚੀਜ਼ਾਂ ਹਨ, ਜਿਨ੍ਹਾਂ ਦੇ ਵਿੱਚੋਂ ਦੋ ਰੂਪ ਜਿਹੜੇ ਹਨ ਉਹ ਮਾਇਆ ਦੇ ਅੰਸ਼ ਲੈ ਕੇ ਸੰਸਾਰ ਦੀ ਰਚਨਾ ਹੈ। ਨਾਮ ਤੇ ਰੂਪ, ਇਹ ਦੋ ਚੀਜ਼ਾਂ ਸੰਸਾਰ ਦੇ ਵਿੱਚ ਹੀ ਹਨ, ਕਿਉਂਕਿ ਸੰਸਾਰ ਦੇ ਵਿੱਚ ਹੀ ਰੂਪ ਆਕਾਰ ਹੁੰਦੇ ਆ ਤੇ ਸੰਸਾਰ ਦੇ ਵਿੱਚ ਹੀ ਨਾਮ ਹੁੰਦੇ ਆ। ਫਲਾਣੇ ਦਾ ਇਹ ਨਾਮ ਹੈ, ਫਲਾਣੇ ਦਾ ਇਹ ਰੂਪ ਹੈ, ਉਹਦੀ ਆਹ ਸ਼ਕਲ ਹੈ, ਐਡਾ ਵੱਡਾ ਹੈ, ਐਡਾ ਛੋਟਾ ਹੈ, ਆਹ ਉਹਦਾ ਰੰਗ ਹੈ, ਆਹ ਉਹਦਾ ਨਾਮ ਹੈ। ਇਹ ਸਭ ਕੁਝ ਸੰਸਾਰ ਦੇ ਵਿੱਚ ਹੀ ਇਹ ਦੋ ਚੀਜ਼ਾਂ, ਰੂਪ ਤੇ ਨਾਮ।
ਅਸਤੀ ਭਾਂਤੀ ਤੇ ਪ੍ਰੇਤਾ। ਅਸਤੀ ਦਾ ਭਾਵ ਹੁੰਦਾ ਹੈ ਜੋ ਪ੍ਰਗਟ ਰੂਪ ਵਿੱਚ ਹੈ, ਪਿੱਛੇ ਵੀ ਸੀ, ਹੁਣ ਵੀ ਹੈ, ਅੱਗੇ ਨੂੰ ਵੀ ਹੋਏਗਾ। ਔਰ ਇਸੇ ਪ੍ਰਕਾਰ ਜੋ ਭਾਂਤੀ, ਭਾਂਤੀ ਤੋਂ ਭਾਵ ਸਭ ਨੂੰ ਭਾਉਣ ਵਾਲਾ ਜੀ, ਦੂਜੇ ਰੂਪਾਂ ਦੇ ਵਿੱਚ ਸਤ, ਚਿੱਤ ਤੇ ਆਨੰਦ ਰੂਪ, ਇਹ ਉਹਦੇ ਲੱਛਣ ਕਹੇ ਹਨ। ਸਤਿਗੁਰੂ ਜੀ ਕਹਿੰਦੇ ਇਹ ਪ੍ਰਪੰਚ ਨੂੰ ਰਚ ਕੇ ਦਿਸਣ ਵਾਲਾ ਔਰ ਨਾਮਾਂ ਵਾਲਾ ਪੈਦਾ ਕਰਕੇ ਫਿਰ ਇਹਦੇ ਵਿੱਚ ਵਿਰਾਜਣ ਵਾਲਾ ਵੀ ਆਪ ਹੀ ਹੈ। ਤਿਹ ਗੁਣ ਮੈਂ ਕੀਨੋ ਵਿਸਥਾਰ। ਕਿਵੇਂ ਰਚਿਆ ਹੈ ਤਿਹੋ ਗੁਣ ਮੈਂ ਕੀਨੋ ਵਿਸਤਾਰ। ਤਿੰਨਾਂ ਗੁਣਾਂ ਦੁਆਰਾ, ਮਾਇਆ ਦੁਆਰਾ ਇਹ ਤਿੰਨ ਗੁਣ ਬਣਾ ਕੇ ਸਤੋ, ਰਜੋ ਤੇ ਤਮੋ ਦੁਆਰਾ ਇਹ ਸ੍ਰਿਸ਼ਟੀ ਜਿਹੜੀ ਉਹ ਰਚ ਦਿੱਤੀ ਹੈ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਇੱਕ ਤੇ ਸੰਸਾਰ ਦੀ ਰਚਨਾ ਕਰਨ ਵਾਲਾ ਸਤੋ ਗੁਣੀ ਬਿਰਤੀ ਵਾਲਾ ਹੈ, ਇੱਕ ਭੰਡਾਰੀ ਰਜੋ ਗੁਣੀ ਬਿਰਤੀ ਪਾਲਣਾ ਪੋਸ਼ਣਾ ਵਾਲਾ ਹੈ, ਇੱਕ ਲੈਤਾ ਕਰਨ ਵਾਲਾ ਹੈ। ਔਰ ਇਹ ਤਿੰਨਾਂ ਗੁਣਾਂ ਦੁਆਰਾ ਹੀ ਉਹ ਪਰਮੇਸ਼ਰ ਵਾਹਿਗੁਰੂ ਨੇ ਸੰਸਾਰ ਜਿਹੜਾ ਰਚ ਦਿੱਤਾ ਹੈ। ਪਾਪ ਪੁੰਨ ਤਹਿ ਭਈ ਕਹਾਵਤ। ਸਤਿਗੁਰੂ ਜੀ ਕਹਿੰਦੇ ਸੰਸਾਰ ਦੇ ਵਿੱਚ ਹੀ ਫਿਰ ਇਹ ਪਾਪ ਪੁੰਨ ਜਿਹੜੇ ਕਹਿਣ ਵਾਸਤੇ ਬਣ ਗਏ। ਉਦੋਂ ਪਹਿਲਾਂ ਉਹਦੇ ਰੂਪ ਦੇ ਵਿੱਚ ਪਾਪਾਂ ਪੁੰਨਾਂ ਦੀ ਹੋਂਦ ਜਿਹੜੀ ਖਤਮ ਸੀ। ਜਦੋਂ ਇਹ ਜੀਵ ਰਚਿਆ ਗਿਆ, ਸੰਸਾਰ ਹੋਂਦ ਚ ਆ ਗਿਆ, ਜੀਵ ਨੇ ਕਰਮ ਕੀਤੇ, ਉਹਨਾਂ ਕਰਮਾਂ ਦੇ ਹਿਸਾਬ ਤੇ ਚੰਗੇ ਕਰਮ ਕਰਨ ਵਾਲਾ ਜਿਹੜਾ ਉਹ ਪੁੰਨੀ ਕਿਹਾ ਗਿਆ, ਮਾੜੇ ਕਰਮ ਕਰਨ ਵਾਲਾ ਪਾਪੀ ਕਿਹਾ ਗਿਆ। ਚੰਗੇ ਕਰਮਾਂ ਵਾਲਾ ਦੇਵਤਾ ਬਣ ਗਿਆ, ਮਾੜਿਆਂ ਵਾਲਾ ਜਿਹੜਾ ਉਹ ਦੈਂਤ ਕਿਹਾ ਗਿਆ। ਇਸ ਕਰਕੇ ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਜੀ ਨੇ ਵੀ ਬਚਨ ਕਹੇ ਹਨ, ਸਾਧ ਕਰਮ ਜੋ ਪੁਰਖ ਕਹਾਵੈ, ਨਾਮ ਦੇਵਤਾ ਜਗਤ ਕਹਾਵੈ, ਦੁਕ੍ਰਿਤ ਕਰਮ ਜ ਜਗ ਮੈਂ ਕਰਹੀ, ਅਸੁਰ ਨਾਮ ਤਿਹ ਧਰਹੀ। ਸੋ ਇਸ ਪ੍ਰਕਾਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਬਚਨ ਕਰਦੇ ਹਨ, ਕੋ ਨਰਕ ਕੋ ਸੁਰਗ ਬੰਛਾਵਤ। ਪਾਪ ਪੁੰਨ ਤਹਿ ਭਈ ਕਹਾਵਤ। ਸਤਿਗੁਰੂ ਜੀ ਕਹਿੰਦੇ ਕਰਮਾਂ ਨੂੰ ਕਰਕੇ ਇਹ ਜਿਹੜੇ ਪਾਪ ਤੇ ਪੁੰਨ ਹਨ ਇਹ ਕਹਿਣ ਮਾਤਰ ਬਣ ਗਏ। ਪਾਪ ਕਰਕੇ ਜੀਵ ਜਿਹੜਾ ਹੈ ਉਹ ਨਰਕਾਂ ਦਾ ਅਧਿਕਾਰੀ ਬਣ ਗਿਆ, ਪੁੰਨ ਰੂਪ ਕਰਕੇ ਜਿਹੜਾ ਸਵਰਗਾਂ ਦਾ ਅਧਿਕਾਰੀ ਬਣ ਗਿਆ। ਪਰ ਗੁਰਮਤਿ ਦੀ ਜਿਹੜਾ ਉਪਦੇਸ਼ ਹੈ, ਗੁਰਮਤਿ ਦੀ ਜਿਹੜੀ ਸਿੱਖਿਆ ਹੈ ਉਹ ਪਾਪਾਂ ਪੁੰਨਾਂ ਤੋਂ ਉੱਪਰ ਦੀ ਹੈ। ਕਿਉਂਕਿ ਪਾਪ ਰੂਪ ਜਿਹੜੇ ਕਰਮ ਹਨ ਉਹ ਵੀ ਬੰਧਨ ਹਨ, ਔਰ ਜਿਹੜੇ ਪੁੰਨ ਰੂਪ ਕਰਮ ਹਨ ਉਹ ਵੀ ਬੰਧਨ ਬਣ ਜਾਂਦੇ ਨੇ। ਜਿਵੇਂ ਕਿਸੇ ਵਿਦਵਾਨਾਂ ਨੇ ਉਦਾਹਰਨ ਦਿੱਤੀ ਹੈ ਕਿ ਜਿਵੇਂ ਇੱਕ ਲੋਹੇ ਦੀ ਬੇੜੀ ਹੈ, ਇੱਕ ਸੋਨੇ ਦੀ ਹੈ। ਜੇ ਲੋਹੇ ਦੀ ਬੇੜੀ ਦੇ ਵਿੱਚ ਕਿਸੇ ਨੂੰ ਬੰਨ੍ਹ ਦਈਏ ਤੇ ਉਹ ਵੀ ਬੰਧਨ ਹੈ, ਜੇ ਸੋਨੇ ਦੇ 'ਚ ਬੰਨ੍ਹ ਦਈਏ ਤੇ ਹੈ ਉਹ ਵੀ ਬੰਧਨ ਹੀ। ਪਰ ਇਸੇ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਗੁਰਮਤਿ ਦਾ ਜਿਹੜਾ ਆਸ਼ਾ ਹੈ ਔਰ ਪਾਪ ਤੇ ਪੁੰਨ ਤੋਂ ਉੱਪਰ ਜਿਹੜੀ ਅਵਸਥਾ ਹੈ, ਪ੍ਰਭੂ ਪਰਮੇਸ਼ਰ ਦੇ ਵਿੱਚ ਲੀਨ ਹੋਣ ਦਾ ਮਾਰਗ ਹੈ ਕਿ ਉਹ ਪ੍ਰਮਾਤਮਾ ਪਰਮੇਸ਼ਰ ਦੇ ਵਿੱਚ ਮਿਲਿਆ ਕਿਵੇਂ ਜਾਵੇ। ਜਿਹੜੀ ਆਤਮਾ ਹੈ ਪ੍ਰਮਾਤਮਾ ਦੇ ਵਿੱਚ ਲੀਨ ਕਿਵੇਂ ਹੋਵੇ, ਉਹਦਾ ਰੂਪ ਕਿਵੇਂ ਬਣੇ। ਇਹ ਉਪਦੇਸ਼ ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਦੱਸੇ ਹਨ। ਸੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸੰਸਾਰ ਦੇ ਵਿੱਚ ਪਾਪ ਪੁੰਨ ਤੈ ਭਈ ਕਹਾਵਤ ਕਹਿਣ ਮਾਤਰ ਬਣ ਗਈ, ਔਰ ਇਹਦੇ ਆਧਾਰ ਤੇ ਕੋਊ ਸੁਰਗ ਕੋਊ ਨਰਕ ਬੰਛਾਵਤ। ਜਿਹੜਾ ਕੋਈ ਸੁਰਗਾਂ ਦਾ ਅਧਿਕਾਰੀ ਬਣ ਗਿਆ ਔਰ ਜਿਸੇ ਪ੍ਰਕਾਰ ਹੀ ਨਰਕਾਂ ਦਾ ਬਣ ਗਿਆ। ਆਲ ਜਾਲ ਮਾਇਆ ਜੰਜਾਲ। ਸਤਿਗੁਰੂ ਜੀ ਕਹਿੰਦੇ ਸੰਸਾਰ ਦੇ ਵਿੱਚ ਹੀ ਆਲ ਨਾਮ ਘਰ ਦਾ ਹੈ। ਤਰ੍ਹਾਂ ਤਰ੍ਹਾਂ ਦੇ ਘਰ ਬਣ ਗਏ, ਜਾਲ ਜਿਹੜੇ ਮੋਹ ਆਦਿਕ ਦੇ ਪੈ ਗਏ। ਆਲ ਜਾਲ ਮਾਇਆ ਜੰਜਾਲ, ਔਰ ਮਾਇਆ ਦਾ ਹੀ ਜਿਹੜਾ ਪਸਾਰਾ ਹੈ ਇਹਦੇ ਵਿੱਚ ਹੀ ਜੀਵ ਜਿਹੜਾ ਉਹ ਫੈਲ ਗਿਆ, ਰਚ ਗਿਆ। ਹਉਮੈ ਮੋਹ ਭਰਮ ਭੈ ਭਾਰ। ਔਰ ਇਹਨਾਂ ਮਾਇਆ ਦੇ ਪਸਾਰੇ ਨੂੰ ਹੀ ਕਰਕੇ ਫਿਰ ਹਉਮੈ ਹੰਕਾਰ ਦੇ ਅਧੀਨ ਹੋ ਗਿਆ, ਭਰਮ ਪੈ ਗਿਆ, ਭੈ ਫਿਰ ਡਰ ਵੀ ਪੈ ਗਿਆ ਕਿ ਚੀਜ਼ ਚਲੀ ਨਾ ਜਾਏ। ਪਹਿਲਾਂ ਤੇ ਕਰਮ ਕੀਤੇ, ਫਿਰ ਉਹਨਾਂ ਕਰਮਾਂ ਦੇ ਅੰਦਰ ਹੰਗਤਾ ਫੁਰ ਗਈ। ਕਰਮ ਕਰਤ ਵਧੇ ਅਹਮੇਵ। ਕੋਈ ਦਾਨ ਪੁੰਨ ਕੀਤਾ ਤਾਂ ਉਹਦੀ ਹੰਗਤਾ ਧਾਰਨ ਕਰ ਲਈ, ਕੋਈ ਚੰਗਾ ਕਰਮ ਕੀਤਾ ਉਹਦੀ ਹੰਗਤਾ ਫੁਰਈ। ਇਸੇ ਪ੍ਰਕਾਰ ਆਪਣੇ ਸਰੀਰ ਦੀ ਹੰਗਤਾ ਧਾਰਨ ਕਰ ਲਈ, ਇਸੇ ਪ੍ਰਕਾਰ ਧਨ ਦੀ ਕਰ ਲਈ, ਮਨ ਦੇ ਵਿੱਚ ਹੰਗਤਾ ਫੁਰਨੀ। ਔਰ ਇਹ ਜੀਵ ਜਿਹੜਾ ਮਾਇਆ ਅਧੀਨ ਹੋ ਕੇ ਫਿਰ ਹਉਮੈ ਮੋਹ ਭਰਮ ਭੈ ਭਾਰ, ਇਸ ਪ੍ਰਕਾਰ ਇਹ ਹਉਮੈ ਤੇ ਭਰਮ ਦੇ ਇਸੇ ਪ੍ਰਕਾਰ ਤਰ੍ਹਾਂ ਤਰ੍ਹਾਂ ਦੇ ਡਰ ਦੇ ਭਾਰ ਦੇ ਹੇਠਾਂ ਆ ਗਿਆ। ਦੁਖ ਸੁਖ ਮਾਨ ਅਪਮਾਨ। ਇਸੇ ਵਿੱਚੋਂ ਹੀ ਫਿਰ ਇਸ ਨੂੰ ਦੁੱਖ ਸੁੱਖ ਮਾਨ ਅਪਮਾਨ ਇਹ ਚੀਜ਼ਾਂ ਜਿਹੜੀਆਂ ਉਹ ਪ੍ਰਤੀਤ ਹੋਣ ਲੱਗ ਪਈਆਂ। ਜਿਹੜੀ ਸੰਸਾਰ ਦੇ ਚੰਗੇ ਮਨ ਨੂੰ ਭਾਉਣ ਵਾਲੀਆਂ ਵਸਤੂਆਂ ਉਹਨਾਂ ਵਿੱਚੋਂ ਸੁੱਖ ਪ੍ਰਤੀਤ ਹੋਣ ਲੱਗ ਪਿਆ। ਜਿਹੜੇ ਕੋਈ ਮਨ ਦੇ ਅਨੁਕੂਲ ਕਰਮ ਹੁੰਦੇ ਉਹਨਾਂ ਚੋਂ ਦੁੱਖ ਪ੍ਰਤੀਤ ਹੋਣ ਲੱਗ ਪਿਆ। ਸੁੱਖ ਤੇ ਦੁੱਖ ਦਾ ਸਰੂਪ ਕੀ ਹੈ?
ਜਿਹੜਾ ਕਰਮ ਜਿਹੜੀ ਵਸਤੂ ਸਾਡੇ ਮਨ ਦੇ ਅਨੁਕੂਲ ਲੱਗ ਰਹੀ ਹੈ ਸਾਨੂੰ ਉਹ ਸੁੱਖ ਹੈ, ਜਿਹੜੀ ਮਨ ਦੇ ਉਲਟ ਲੱਗ ਰਹੀ ਹੈ ਉਹ ਦੁੱਖ ਹੈ। ਔਰ ਇਸੇ ਮਾਇਆ ਰੂਪੀ ਸੰਸਾਰ ਦੇ ਵਿੱਚੋਂ ਹੀ ਜੀਵ ਨੂੰ ਸੁੱਖ ਤੇ ਦੁੱਖ ਭਾਸਣ ਲੱਗ ਪਏ। ਇਹਦੇ ਵਿੱਚ ਹੀ ਇਸਨੇ ਮਾਨ ਤੇ ਅਪਮਾਨ, ਇੱਜ਼ਤ ਔਰ ਜਿਹੜਾ ਇਸੇ ਪ੍ਰਕਾਰ ਬਦਨਾਮੀ ਹੈ ਇਹ ਇਸਨੇ ਧਾਰਨ ਕਰ ਲਈ। ਅਨਕ ਪ੍ਰਕਾਰ ਕੀਓ ਵਖਿਆਨ। ਸਤਿਗੁਰੂ ਜੀ ਕਹਿੰਦੇ ਅਨੇਕਾਂ ਪ੍ਰਕਾਰ ਦੁਆਰਾ ਇਹ ਸੰਸਾਰ ਜਿਹੜਾ ਵਖਿਆਨ ਕਹੀਏ ਕਥਨ ਕੀਤਾ ਜਾਂਦਾ ਹੈ। ਇਹ ਸੰਸਾਰ ਦੇ ਵਿੱਚ ਅਨੇਕਾਂ ਰੂਪਾਂ ਦੁਆਰਾ ਇਹ ਸੰਸਾਰ ਨੂੰ ਬਿਆਨਿਆ ਜਾਂਦਾ ਹੈ। ਕਿਤੇ ਚੰਗਿਆਂ ਦੀ ਗੱਲ ਹੈ, ਕਿਤੇ ਮਾੜਿਆਂ ਦੀ ਹੈ, ਕਿਤੇ ਸੱਚਿਆਂ ਦੀ ਹੈ, ਕਿਤੇ ਝੂਠਿਆਂ ਦੀ ਹੈ। ਇਸੇ ਪ੍ਰਕਾਰ ਕਿਤੇ ਪੁੰਨੀਆਂ ਦੀ ਗੱਲ ਹੈ, ਕਿਤੇ ਪਾਪੀਆਂ ਦੀ ਹੈ। ਇਹ ਸੰਸਾਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੀ ਰਚਨਾ ਜਿਹੜੀ ਕਥਨ ਕਰਨ ਵਾਲੀ ਬਣ ਗਈ ਹੈ। ਆਪਨ ਖੇਲ ਆਪ ਕਰ ਦੇਖੈ। ਸਤਿਗੁਰੂ ਜੀ ਕਹਿੰਦੇ ਸਾਰੀ ਖੇਡ ਨੂੰ ਉਹ ਪਰਮੇਸ਼ਰ ਵਾਹਿਗੁਰੂ ਆਪ ਹੀ ਕਰਨ ਵਾਲਾ ਹੈ ਔਰ ਆਪ ਹੀ ਕਰਕੇ ਦੇਖਣ ਵਾਲਾ ਹੈ। ਜਿਵੇਂ ਬਾਜੀਗਰ ਬਾਜੀ ਪਾਈ ਸਭ ਖਲਕ ਤਮਾਸ਼ੇ ਆਈ। ਜਿਵੇਂ ਬਾਜੀਗਰ ਬਾਜੀਆਂ ਪਾਉਣ ਵਾਲਾ ਆਪਣਾ ਸਾਰਾ ਪਸਾਰਾ ਉਹ ਦਿਖਾਉਂਦਾ ਹੈ ਤੇ ਉਹ ਸਾਰਾ ਕੁਝ ਦਿਖਾ ਕੇ ਫਿਰ ਉਹ ਸਾਰਾ ਕੁਝ ਲੈ ਕਰ ਲੈਂਦਾ, ਖਤਮ ਕਰ ਦਿੰਦਾ। ਇਸੇ ਪ੍ਰਕਾਰ ਹੀ ਉਸਨੇ ਸੰਸਾਰ ਰਚਿਆ ਹੈ। ਜਿਵੇਂ ਪੁਤਲੀਆਂ ਦਾ ਤਮਾਸ਼ਾ ਹੁੰਦਾ, ਇਹਦੀ ਨਿਆਈ ਉਸਨੇ ਸੰਸਾਰ ਦੀ ਰਚਨਾ ਕਰਕੇ ਤੇ ਇਹ ਖੇਡ ਨੂੰ ਆਪ ਹੀ ਕਰਕੇ ਵੇਖਣ ਵਾਲਾ ਹੈ। ਖੇਲ ਸੰਕੋਚੈ ਤਉ ਨਾਨਕ ਏਕੈ। ਸਤਿਗੁਰੂ ਜੀ ਕਹਿੰਦੇ ਜਦੋਂ ਇਹ ਖੇਡ ਨੂੰ ਸੰਕੋਚਦਾ ਹੈ, ਸਮੇਟਦਾ ਹੈ, ਫਿਰ ਉਹ ਇੱਕ ਹੀ ਹੁੰਦਾ ਹੈ, ਫਿਰ ਉਹ ਇੱਕੋ ਰੂਪ ਹੀ ਹੁੰਦਾ ਹੈ। ਦੇਖਣ ਨੂੰ ਲੱਗਦਾ ਹੈ ਕਿ ਤਮਾਸ਼ਾ ਹੋ ਰਿਹਾ, ਪੁਤਲੀਆਂ ਲੜ ਰਹੀਆਂ ਹਨ, ਪਰ ਉਹ ਜਦੋਂ ਸਾਰੀ ਖੇਡ ਸਮਾਪਤ ਕਰ ਦਿੰਦੇ ਆ ਫਿਰ ਕੁਝ ਵੀ ਨਹੀਂ ਹੁੰਦਾ, ਫਿਰ ਉਹ ਇੱਕੋ ਹੀ ਰਹਿ ਜਾਂਦਾ। ਇਸੇ ਪ੍ਰਕਾਰ ਹੀ ਇਹ ਸਾਰੀ ਸੰਸਾਰ ਦੀ ਰਚਨਾ ਨੂੰ ਤਮਾਸ਼ਾ ਰੂਪ ਹੈ। ਜਿਵੇਂ ਧੰਨ ਗੁਰੂ ਕਲਗੀਧਰ ਮਹਾਰਾਜ ਨੇ ਬਚਨ ਕਹੇ ਹਨ, ਦੇਖਣ ਆਇਓ ਜਗਤ ਤਮਾਸ਼ਾ। ਇਹ ਜਗਤ ਦਾ ਤਮਾਸ਼ਾ ਦੇਖਣ ਵਾਸਤੇ ਸਤਿਗੁਰੂ ਜੀ ਕਹਿੰਦੇ ਧਰਤੀ ਤੇ ਮਾਤ ਲੋਕ ਤੇ ਅਸੀਂ ਆਏ ਹਾਂ। ਸੋ ਇਸੇ ਪ੍ਰਕਾਰ ਹੀ ਇਹ ਜਗਤ ਜਿਹੜਾ ਹੈ ਇਹ ਖੇਡ ਦੀ ਨਿਆਈ ਪਰਮੇਸ਼ਰ ਨੇ ਆਪ ਹੀ ਰਚ ਕੇ ਤੇ ਇਹਨੂੰ ਦੇਖਣ ਵਾਲਾ ਹੈ ਔਰ ਸਮੇਟ ਕੇ ਫਿਰ ਇੱਕ ਰੂਪ ਆਪ ਹੀ ਹੈ। ਜਹ ਅਵਗਤ ਭਗਤ ਤਹ ਆਪ। ਸਤਿਗੁਰੂ ਜੀ ਕਹਿੰਦੇ ਜਿੱਥੇ ਉਹ ਪਰਮੇਸ਼ਰ ਵਾਹਿਗੁਰੂ ਆਪ ਅਵਗਤ ਵਿਅਕਤੀਗਤ ਰੂਪ ਤੋਂ ਰਹਿਤ ਹੈ, ਉੱਥੇ ਭਗਤ ਤਹ ਆਪ, ਉੱਥੇ ਹੀ ਉਹ ਪਰਮੇਸ਼ਰ ਵਾਹਿਗੁਰੂ ਭਗਤਾਂ ਦੇ ਰੂਪ ਦੇ ਵਿੱਚ ਵੀ ਆਪ ਹੀ ਵਰਤਣ ਵਾਲਾ ਹੈ। ਭਗਤ ਵੀ ਉਸੇ ਦਾ ਹੀ ਰੂਪ ਹਨ। ਜਹ ਪਸਰੈ ਪਾਸਾ ਸੰਤ ਪ੍ਰਤਾਪ। ਤੇ ਜਿੰਨਾ ਇਹ ਪਸਾਰਾ ਉਸਨੇ ਪਸਾਰਿਆ ਹੈ ਇਹਦੇ ਵਿੱਚ ਸੰਤ ਪ੍ਰਤਾਪ, ਜਿੰਨੇ ਉਹਦੇ ਭਗਤ ਹਨ ਉਹਦੇ ਉਹ ਪ੍ਰਤਾਪ ਨੂੰ ਜਣਾਉਂਦੇ ਹੈ। ਉਹ ਪਰਮੇਸ਼ਰ ਵਾਹਿਗੁਰੂ ਦੇ ਪ੍ਰਤਾਪ ਨੂੰ ਉਹ ਭਗਤ ਜਿਹੜੇ ਆ, ਸੰਤ ਜਿਹੜੇ ਆ ਉਹ ਜਣਾ ਦਿੰਦੇ ਆ। ਕਿਵੇਂ ਜਣਾਉਂਦੇ ਆ? ਜਿਵੇਂ ਭਗਤਾਂ ਦੇ ਜੀਵਨ ਆਪਾਂ ਪੜ੍ਹਦੇ ਹਾਂ, ਭਗਤਾਂ ਨੂੰ ਸੰਸਾਰ ਦੇ ਵਿੱਚ ਲੋਕ ਦੁੱਖ ਦਿੰਦੇ ਆ, ਰਾਜੇ ਮਹਾਰਾਜੇ ਉਹਦੀ ਵਿਰੋਧਤਾ ਕਰਦੇ ਆ। ਭਗਤ ਰਵਿਦਾਸ ਜੀ ਦਾ ਜੀਵਨ ਪੜ੍ਹੋ, ਭਗਤ ਕਬੀਰ ਸਾਹਿਬ ਜੀ ਦਾ, ਭਗਤ ਪ੍ਰਹਿਲਾਦ ਜੀ ਦਾ। ਪਰ ਜਿੰਨੇ ਦੁੱਖ ਤਕਲੀਫ ਦਿੰਦੇ ਆ ਉਹ ਸਭ ਥਾਵਾਂ ਤੇ ਭਗਤਾਂ ਦੀ ਰੱਖਿਆ ਹੋ ਜਾਂਦੀ ਹੈ, ਭਗਤਾਂ ਦੀ ਜੈ ਜੈਕਾਰ ਹੋ ਜਾਂਦੀ ਹੈ ਤੇ ਉਹ ਫਿਰ ਉਹ ਪਰਮੇਸ਼ਰ ਵਾਹਿਗੁਰੂ ਦਾ ਪ੍ਰਤਾਪ ਹੀ ਜਣਾਉਂਦੇ। ਸੋ ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਸੰਸਾਰ ਦੇ ਅੰਦਰ ਉਹ ਪਰਮੇਸ਼ਰ ਵਾਹਿਗੁਰੂ ਆਪਣੇ ਭਗਤਾਂ ਸੰਤਾਂ ਦੁਆਰਾ ਆਪਣੇ ਪ੍ਰਤਾਪ ਨੂੰ ਜਣਾਉਂਦਾ ਹੈ। ਦੋਹਾਂ ਪੱਖ ਕਾ ਆਪੇ ਧਨੀ। ਸਤਿਗੁਰੂ ਜੀ ਕਹਿੰਦੇ ਦੋਹਾਂ ਪੱਖਾਂ ਦਾ ਆਪ ਹੀ ਉਹ ਧਨੀ ਮਾਲਕ ਹੈ। ਇਹ ਸੰਸਾਰ ਜਿਹੜੀ ਖੇਡ ਬਣਾਈ ਇਸੇ ਦਾ ਵੀ ਔਰ ਜਿਹੜਾ ਪ੍ਰਲੋਕ ਹੈ, ਲੋਕ ਤੇ ਪ੍ਰਲੋਕ ਦਾ ਮਾਲਕ ਉਹ ਆਪ ਹੀ ਹੈ ਪਰਮੇਸ਼ਰ। ਉਨ ਕੀ ਸੋਭਾ ਉਨਹੁ ਬਨੀ। ਉਸ ਪਰਮੇਸ਼ਰ ਦੀ ਸੋਭਾ ਉਸੇ ਨੂੰ ਹੀ ਬਣ ਆਉਂਦੀ ਹੈ। ਕੋਈ ਆਪਣੀ ਜੀਵ ਜ਼ਬਾਨ ਦੁਆਰਾ, ਕੋਈ ਕਲਮ ਦੁਆਰਾ ਉਹਦੀ ਮਹਿਮਾ ਉਹਦੀ ਵਡਿਆਈ ਨੂੰ ਬਿਆਨ ਨਹੀਂ ਕਰ ਸਕਦਾ। ਉਹ ਆਪਣੀ ਸੋਭਾ ਨੂੰ ਆਪ ਹੀ ਜਾਣਦਾ ਹੈ। ਆਪੇ ਕੌਤਕ ਕਰੈ ਆਨੰਦ ਚੋਜ। ਆਪ ਹੀ ਉਹ ਪਰਮੇਸ਼ਰ ਵਾਹਿਗੁਰੂ ਤਰ੍ਹਾਂ ਤਰ੍ਹਾਂ ਦੇ ਚੋਜਾਂ ਨੂੰ, ਖੇਡਾਂ ਨੂੰ ਕਰਕੇ ਤੇ ਆਨੰਦ ਮਾਣਨ ਵਾਲਾ ਹੈ। ਆਪੇ ਰਸ ਭੋਗਨ ਨਿਰਜੋਗ। ਆਪ ਹੀ ਉਹ ਪਰਮੇਸ਼ਰ ਵਾਹਿਗੁਰੂ ਤਰ੍ਹਾਂ ਤਰ੍ਹਾਂ ਦੇ ਰਸਾਂ ਦੇ ਵਿੱਚ ਭੋਗਣ ਵਾਲਾ ਵੀ ਆਪ ਹੀ ਹੋ ਰਿਹਾ। ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ। ਇਸੇ ਪ੍ਰਕਾਰ ਜਿਹੜੇ ਰਸਾਂ ਰੂਪ ਦੇ ਵਿੱਚ ਭੋਗਣ ਵਾਲਾ ਵੀ ਉਹ ਆਪ ਹੀ ਬਣ ਰਿਹਾ ਹੈ ਔਰ ਇਸੇ ਪ੍ਰਕਾਰ ਨਿਰਜੋਗ, ਇਹਨਾਂ ਰਸਾਂ ਤੋਂ ਰਹਿਤ ਹੋ ਕੇ ਜੋਗ ਜੁੜਿਆ ਹੋਇਆ ਜੋਗੀ ਰੂਪ ਵੀ ਆਪ ਹੀ ਹੈ। ਜਿਸ ਭਾਵੈ ਤਿਸ ਆਪਨ ਨਾਇ ਲਾਵੈ। ਸਤਿਗੁਰੂ ਜੀ ਕਹਿੰਦੇ ਜਿਹਨੂੰ ਪਰਮੇਸ਼ਰ ਵਾਹਿਗੁਰੂ ਭਾ ਜਾਵੇ, ਜਿਹੜਾ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਦਾ ਭੈ ਅੰਦਰ ਪ੍ਰੇਮ ਰੱਖਣ ਲੱਗ ਪਵੇ, ਆਪਣ ਨਾਏ ਲਾਵੇ, ਉਹਨੂੰ ਉਹ ਆਪਣੇ ਨਾਮ ਦੇ ਵਿੱਚ ਸਿਮਰਨ ਦੇ ਵਿੱਚ ਲਾ ਲੈਂਦਾ ਹੈ।
ਜਿਸ ਭਾਵੈ ਤਿਸ ਖੇਲ ਤੇ ਖਿਲਾਵੈ। ਜਿਹਨੂੰ ਭਾਵੇ, ਜਿਹਨੂੰ ਪਰਮੇਸ਼ਰ ਵਾਹਿਗੁਰੂ ਚਾਹੇ, ਇਸੇ ਖੇਡ ਤਮਾਸ਼ੇ ਵਿੱਚ ਲਾਈ ਰੱਖਦਾ ਹੈ। ਤਰ੍ਹਾਂ ਤਰ੍ਹਾਂ ਦੀਆਂ ਜੂਨਾਂ ਹਨ, 84 ਲੱਖ ਜੂਨ ਬਣਾ ਦਿੱਤੀ, ਕਦੇ ਕਿਸੇ ਜਨਮ ਦੇ ਵਿੱਚ, ਕਦੇ ਕਿਸੇ ਜਨਮ ਦੇ ਵਿੱਚ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਹੈਵਰ ਬ੍ਰਿਖ ਜੋਇਓ। ਇਹ ਤਰ੍ਹਾਂ ਤਰ੍ਹਾਂ ਦੀਆਂ ਜੂਨਾਂ ਉਸਨੇ ਬਣਾਈਆਂ, ਇਹਨਾਂ ਦੇ ਵਿੱਚ ਖਿਡਾਈ ਜਾਂਦਾ ਹੈ। ਤੇ ਜਿਹਨੂੰ ਉਹਨੂੰ ਭਾ ਜਾਂਦੇ, ਉਹਨਾਂ ਨੂੰ ਆਪਣੇ ਨਾਮ ਦੇ ਵਿੱਚ ਜੋੜ ਕੇ ਆਪਣੇ ਚ ਲੀਨ ਕਰ ਲੈਂਦਾ। ਸਭ ਉਸੇ ਦੀ ਹੋਈ ਖੇਡ ਹੈ। ਬੇਸੁਮਾਰ ਅਥਾ ਗਣਤ ਤੋਲੇ। ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਬੇਸ਼ੁਮਾਰ, ਗਿਣਤੀ ਤੋਂ ਰਹਿਤ ਹੈ, ਉਹਦੀ ਕੋਈ ਗਿਣਤੀ ਨਹੀਂ ਕਰ ਸਕਦਾ। ਅਥਾ ਫਿਰ ਉਹ ਡੰਗਾਈ ਜਾਂ ਉਹਦੀ ਗਹਿਰਾਈ ਜਾਂ ਉਹਦੇ ਅੰਤ ਪਾਉਣ ਤੋਂ ਰਹਿਤ ਹੈ। ਇਸੇ ਪ੍ਰਕਾਰ ਅਗਣਤ ਤੇ ਅਤੁੱਲ ਹੈ, ਤੋਲਿਆ ਨਹੀਂ ਜਾਂਦਾ। ਸ਼ਾਸਤਰ ਪ੍ਰਮਾਣ ਦੇ ਵੱਟੇ ਪਾ ਕੇ ਕੋਈ ਬੁੱਧੀ ਰੂਪੀ ਤਰਾਜੂ ਦੇ ਨਾਲ ਤੋਲਣਾ ਚਾਹੇ ਕਿ ਮੈਂ ਪਰਮੇਸ਼ਰ ਦਾ ਸਰੂਪ ਏਦਾਂ ਬਿਆਨ ਕਰ ਸਕਦਾ ਕਿ ਉਹਦਾ ਆਹ ਰੂਪ ਹੈ, ਆਹ ਸ਼ਾਸਤਰ ਆਹ ਕਹਿੰਦਾ ਹੈ ਉਹਦੇ ਬਾਰੇ, ਆਹ ਵੇਦ ਆਹ ਕਹਿੰਦਾ ਹੈ, ਏਦਾਂ ਸਤਿਗੁਰੂ ਜੀ ਕਹਿੰਦੇ ਕੋਈ ਤੋਲ ਕੇ ਉਹਦੇ ਸਰੂਪ ਬਾਰੇ ਵੀ ਨਹੀਂ ਦੱਸ ਸਕਦਾ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਇਸ ਪਾਵਨ ਪਵਿੱਤਰ ਅਸ਼ਟਪਦੀ ਦੀ ਸੰਪੂਰਨਤਾ ਕਰਦੇ ਹੋਏ ਬਚਨ ਕਰਦੇ ਹਨ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਕਿ ਹੇ ਪਰਮੇਸ਼ਰ ਵਾਹਿਗੁਰੂ, ਅਸੀਂ ਆਪ ਜੀ ਦੇ ਦਾਸ ਹਾਂ, ਜਿਵੇਂ ਆਪ ਜੀ ਬੁਲਾਉਂਦੇ ਹੋ ਉਸੇ ਪ੍ਰਕਾਰ ਹੀ ਅਸੀਂ ਕਥਨ ਕਰ ਰਹੇ ਹਾਂ। ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਕਿ ਜੋ ਕੁਝ ਪਰਮੇਸ਼ਰ ਵਾਹਿਗੁਰੂ ਤੁਸੀਂ ਆਪਣੇ ਹੁਕਮ ਦੇ ਵਿੱਚ ਕਹਾ ਰਹੇ ਹੋ, ਉਹੀ ਅਸੀਂ ਕਥਨ ਕਰ ਰਹੇ ਹਾਂ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਸੋ ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਜੋ ਅਸੀਂ ਇਹ ਕਥਨ ਕਰ ਰਹੇ ਹਾਂ, ਸਭ ਉਹ ਪਰਮੇਸ਼ਰ ਵਾਹਿਗੁਰੂ ਜੋ ਬੁਲਾ ਰਿਹਾ ਹੈ, ਜੋ ਕਹਾ ਰਿਹਾ ਹੈ, ਉਹੀ ਕਥਨ ਕਰ ਰਹੇ ਹਾਂ। ਸੋ ਇਸ ਪ੍ਰਕਾਰ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਪਾਵਨ ਪਵਿੱਤਰ 21ਵੀਂ ਅਸ਼ਟਪਦੀ ਦੀ ਸੰਪੂਰਨਤਾ ਅੱਜ ਕੀਤੀ ਹੈ। ਸੋ ਅੱਗੇ ਜੇ ਇਸ ਪ੍ਰਕਾਰ 22ਵੀਂ ਅਸ਼ਟਪਦੀ ਦੀ ਕਥਾ ਆਰੰਭ ਹੋਏਗੀ, ਆਪਾਂ ਆਉਣ ਵਾਲੇ ਸਮੇਂ ਵਿੱਚ ਸਰਵਣ ਕਰਾਂਗੇ। ਸਾਰੀਆਂ ਸੰਗਤਾਂ ਦਾ ਹਾਰਦਿਕ ਧੰਨਵਾਦ, ਕੋਟਨ ਕੋਟ ਧੰਨਵਾਦ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਭੁੱਲ ਚੁੱਕ ਦੀ ਮਾਫੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਬੇਸੁਮਾਰ ਅਥਾ ਗਣਤ ਤੋਲੇ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ